ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत एही। तोदे आगे अरदास हमारी, जियो पिंड सब तेरा। कहो नानक सब तेरी वडियाई, कोई नाओ न जाने मेरा।
ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਜੀ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਜੀ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, 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 ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਹੋ ਕੀ ਸਿਫਤਾਂ ਕਰੀਏ, 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 ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਬਾਬਾ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ, ਵਾਹਿਗੁਰੂ ਜਪੋ ਜੀ ਵਾਹਿਗੁਰੂ ਵਾਹਿਗੁਰੂ। ਸਾਰੀ ਸੰਗਤ ਨਾਲ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ, 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 ਕਦੇ ਭੁੱਲਾਂ ਨਾ ਜੀ ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ 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 ਤੇਰੀ ਯਾਦ ਪਿਆਰਿਆ, 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 ਯਾਦ ਪਿਆਰਿਆ, ਤੇਰੀ ਯਾਦ ਪਿਆਰਿਆ, ਯਾਦ ਪਿਆਰਿਆ, ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ ਜੀ ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ 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 ਤੇਰੀ ਯਾਦ ਪਿਆਰਿਆ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਜੀਓ, ਆਓ ਗੱਜ ਵੱਜ ਕੇ ਫਤਿਹ ਗਜਾਈਏ, ਸਾਰੇ ਪਿਆਰ ਨਾਲ ਫਤਿਹ ਬੁਲਾਈਏ ਜੀ। ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਮਹਾਨ ਕਿਰਪਾ ਰਹਿਮਤਾਂ ਸਤਿਗੁਰੂ ਜੀ ਨੇ ਸਾਡੇ ਤੇ ਵਰਤਾਈਆਂ ਨੇ, ਜੋ ਕਿ ਸਾਨੂੰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠਣ ਦਾ, ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਵਾਹ ਚੱਲ ਰਹੇ ਨੇ, ਔਰ ਮਹਾਂਪੁਰਸ਼ਾਂ ਦੇ ਉਦਮ ਉਪਰਾਲੇ ਦਾ ਸਦਕਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ
ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਦੇ ਮਹਾਵਾਕ ਸਦਕਾ ਇਹ ਮਹੀਨੇ, ਇਹ ਸਾਰਾ ਮਹੀਨਾ ਸਤ ਸੰਗਤ ਜਿਹੜੀ ਹੈ ਰਲ ਮਿਲ ਕੇ ਆਪਾਂ ਕਰਦੇ ਹਾਂ। ਤੇ ਸਤਿਗੁਰੂ ਜੀ ਨੇ ਬਹੁਤ ਮਹਾਨਤਾ ਦਿੱਤੀ ਹੈ। ਕਹਿਣਾ ਕੀਤਾ ਹੈ ਵੀ ਇਹ ਜੋ ਮਾਘ ਦੇ ਮਹੀਨੇ ਦੇ ਵਿੱਚ ਸਨਾਤਨ ਮਤ ਦੇ ਅਨੁਸਾਰ ਤੀਰਥ ਯਾਤਰਾਵਾਂ ਕੀਤੀਆਂ ਜਾਂਦੀਆਂ, ਹੋਰ ਬੜੇ ਪੂਜਨ ਕੀਤੇ ਜਾਂਦੇ ਸਨ। ਕਈਆਂ ਥਾਵਾਂ ਤੇ ਤੀਰਥ ਇਸ਼ਨਾਨ ਕੀਤੇ ਜਾਂਦੇ ਤੇ ਸਤਿਗੁਰੂ ਜੀ ਨੇ ਐਸੀ ਇੱਕ ਮਰਿਆਦਾ ਕਾਇਮ ਕਰ ਦਿੱਤੀ। ਕਹਿੰਦੇ ਨੇ ਗੁਰਸਿੱਖਾਂ ਵਾਸਤੇ ਇੱਕ ਐਸਾ ਤੀਰਥ ਬਣਾ ਦਿੱਤਾ ਜਿੱਥੇ ਬੈਠ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਆਖੋ ਸਤਨਾਮ ਹੋ। ਇੱਥੇ ਬੈਠ ਕੇ ਸਾਡੇ ਮਨ ਦੀ ਸਫਾਈ ਹੁੰਦੀ ਹੈ। ਆਪਾਂ ਤਨ ਦੀ ਸਫਾਈ ਦੇ ਤੇ ਬਹੁਤ ਸਾਧਨ ਵਰਤਦੇ ਹਾਂ, ਯਤਨ ਕਰਦੇ ਹਾਂ, ਪਰ ਪਾਤਸ਼ਾਹ ਕਹਿੰਦੇ ਗੁਰਮੁਖੋ ਇਸ ਤਨ ਨੇ ਤੇ ਇੱਥੇ ਸੜਸਵਾ ਹੋ ਜਾਣਾ ਹੈ। ਜਿਹਨੇ ਪਰਮੇਸ਼ਰ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣਾ ਹੈ, ਕਦੇ ਉਹਦੀ ਵੀ ਸਫਾਈ ਕੀਤੀ? ਕਦੇ ਉਸ ਨੂੰ ਵੀ ਸਵਾਰਿਆ? ਜਿਹਨੇ ਮਾਲਕ ਦੇ ਸਨਮੁਖ ਖੜਨਾ ਹੈ, ਕਦੇ ਉਸ ਨੂੰ ਵੇਖਿਆ ਵੀ ਇਹਦਾ ਕੈਸਾ, ਇਸ ਦਾ ਆਕਾਰ ਕੈਸੇ, ਕਿਵੇਂ ਦਾ ਹੋਇਆ ਵਾ ਹੈ, ਕੈਸੇ ਕੈਸੇ ਇਹਨੂੰ ਵਿਚਾਰ ਚੰਗੇ ਲੱਗਦੇ ਨੇ? ਕਦੇ ਵਿਚਾਰ ਕੀਤੀ ਹੈ? ਮਹਾਰਾਜ ਕਹਿੰਦੇ ਨੇ ਵੇਖੋ ਸਾਡੇ ਸਾਰਿਆਂ ਦੇ ਮਨ ਦੀ ਹਾਲਤ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਨ ਪਾਵੋ। ਤੇ ਕਹਿੰਦੇ ਸ਼ਾਹ ਕਾਲਾ ਹੋਇਆ ਵਾ ਮਨ ਕਿੱਥੇ ਆ ਕਰਕੇ ਸਾਫ਼ ਹੁੰਦਾ ਹੈ? ਇਹ ਸੰਗਤ ਦੇ ਵਿੱਚ। ਆਪ ਸਭ ਸੰਗਤ ਰਲ ਮਿਲ ਕੇ ਜਿਵੇਂ ਸਤ ਸੰਗਤ ਕਰ ਰਹੇ ਹੋ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕੋ ਇੱਕ ਇਹ ਸਾਧਨ ਹੈ ਸਾਡੇ ਮਨ ਦੀ ਸਫਾਈ ਦਾ, ਸਾਡੇ ਮਨ ਨੂੰ ਸੋਧਣ ਦਾ। ਤੇ ਇਸ ਕਰਕੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਕੀ ਕਹਿੰਦੀ ਹੈ ਸਤਿਗੁਰਾਂ ਦੀ ਬਾਣੀ? ਆਓ ਪੜ੍ਹੀਏ ਪਿਆਰ ਨਾਲ। ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਇਹ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਚੰਗੇ ਭਾਗਾਂ ਦੀ ਨਿਸ਼ਾਨੀ ਬਣਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਚੰਗੇ ਭਾਗਾਂ ਦੀ ਨਿਸ਼ਾਨੀ ਬਣਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ। ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ। ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ। ਸੰਗ ਹੋਇਆ ਜੀ ਸਾਧੂਆਂ ਦਾ, ਓ ਸੰਗ ਹੋਇਆ ਜੀ ਸਾਧੂਆਂ ਦਾ।
ਜੀ ਸਾਧੂਆਂ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸਾਧੂਆਂ ਦਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀ। ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਸੰਗਤ ਦੇ ਬਿਨਾ ਸਾਡੇ ਮਨ ਦੀ ਸਫਾਈ ਨਹੀਂ। ਇੱਕੋ ਇੱਕ ਤਰੀਕਾ ਹੈ ਸਾਡੇ ਜੀਵਨ ਨੂੰ ਸਵਾਰਨ ਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਤ ਸੰਗਤ ਚੋਂ। ਜਿਵੇਂ ਭੂਮੀਏ ਚੋਰ ਦਾ ਜੀਵਨ ਬਦਲਦਾ ਹੈ, ਕਹਿੰਦੇ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, ਤੇ ਆਪਣਾ ਲਏ ਬਣਾ ਨਦਰ ਗੁਰੂ ਨਾਨਕ ਦੀ। ਵੱਡੇ ਵੱਡੇ ਚੋਰ ਠੱਗ ਲੁਟੇਰੇ ਵੀ ਜਦੋਂ ਸਤ ਸੰਗਤ ਕਰਦੇ ਨੇ ਤੇ ਕਹਿੰਦੇ ਨੇ ਉਹ ਵੀ ਮਹਾਨ ਸਾਧੂ ਮਹਾਪੁਰਸ਼ ਬਣਦੇ ਨੇ। ਇੰਨੀ ਸਤ ਸੰਗਤ ਦੇ ਵਿੱਚ ਮਹਾਨਤਾ ਹੈ, ਇੰਨੀ ਤਾਕਤ ਹੈ ਸੰਗਤ ਵਿੱਚ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਤ ਸੰਗਤ ਜਿਹੜੀ ਹੈ ਨਾ, ਇਹ ਸਾਨੂੰ ਲੱਭਣੀ ਪੈਂਦੀ ਹੈ। ਇਹ ਪੈਰ ਤੇ ਨਹੀਂ ਮਿਲਦੀ ਵੀ ਕਹਿ ਦਈਏ ਵੀ ਇੱਥੇ ਵੀ ਸਤ ਸੰਗਤ ਹੈ, ਇੱਥੇ ਵੀ ਹੈ। ਇਹਦੇ ਵਾਸਤੇ ਬੜੇ ਉੱਚੇ ਵੱਡੇ ਭਾਗ ਚਾਹੀਦੇ ਨੇ। ਜਿਵੇਂ ਆਪ ਸਭ ਸੰਗਤਾਂ ਰਲ ਮਿਲ ਕੇ ਇੱਥੇ ਬੈਠੇ ਹੋ, ਕੀ ਪਤਾ ਆਪਣਾ ਕਿਹੜਾ ਪੂਰਬਲਾ ਕਰਮ ਕੀਤਾ ਹੋਇਆ। ਪੂਰਬ ਕਰਮ ਉਂਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਜਨਮਾਂ ਦੀ ਸੁੱਤੀ ਕਿਸਮਤ ਜਾਗਦੀ ਹੈ ਜਦ ਫੇਰ ਗੁਰੂ ਦਾ ਤੇ ਗੁਰੂ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਤੇ ਇਸ ਕਰਕੇ ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਯਾਦ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਨੂੰ। ਧੰਨ ਕਲੰਗੀਆਂ ਵਾਲੇ ਸਤਿਗੁਰੂ ਜੀ, ਜਿਨ੍ਹਾਂ ਦੀ ਬਾਬਤ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਬਾਰਨ ਗਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਇਹ ਕਲੰਗੀਆਂ ਵਾਲੇ ਸਤਿਗੁਰਾਂ ਦੀ ਵਡਿਆਈ ਕਵੀ ਸੰਤੋਖ ਸਿੰਘ ਜੀ ਨੇ 4 ਪੰਕਤੀਆਂ ਦੇ ਵਿੱਚ ਬੰਨਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਨੇ ਕਵੀ ਭਾਈ ਸੰਤੋਖ ਸਿੰਘ ਜੀ ਸਾਡੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ। ਆਪਾਂ ਵੇਖੀਏ ਵੀ ਸਾਡਾ ਜਿਹੜਾ ਇਤਿਹਾਸਕ ਸਰੋਤ ਹੈ ਉਹ ਕਵੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਤੇ ਉਸ ਦੀ ਸੁਧਾਈ ਹੋਈ ਨੂੰ ਵੀ 100 ਸਾਲ ਦੇ ਕਰੀਬ ਹੋ ਗਿਆ। ਭਾਈ ਵੀਰ ਸਿੰਘ ਜੀ ਨੇ ਉਹਦੀ ਸੁਧਾਈ ਕੀਤੀ ਹੋਈ ਹੈ ਵੀ ਜੋ ਗੁਰਮਤਿ ਦੇ ਅਨੁਸਾਰ ਉਸ ਦੇ ਵਿੱਚ ਸਤਿਗੁਰੂ ਜੀ ਦੀਆਂ ਜੀਵਨੀਆਂ ਨੇ ਉਹਨਾਂ ਨੂੰ, ਔਰ ਜੋ ਵੀ ਉਹਦੇ ਵਿੱਚ ਲੱਗਿਆ ਉਹਨਾਂ ਨੂੰ ਵੀ ਇਹ ਗੁਰਮਤਿ ਦੇ ਅਨੁਸਾਰ ਨਹੀਂ। ਤੇ ਭਾਈ ਵੀਰ ਸਿੰਘ ਜੀ ਨੇ ਬਕਾਇਦਾ ਉੱਥੇ ਨੋਟ ਪਾਏ ਹੋਏ ਨੇ, ਪੜ੍ਹਨ ਵਾਲਿਆਂ ਨੂੰ ਪਤਾ ਹੈ। ਤੇ ਉਹਨਾਂ ਨੇ ਏਡੀ ਵਿਦਵਤਾ, ਤੇ ਕਹਿੰਦੇ ਨੇ 4 ਪੰਕਤੀਆਂ ਦੇ ਵਿੱਚ ਕੀ ਲਿਖ ਗਏ। ਕਹਿੰਦੇ ਇਹ ਦੁਨੀਆ ਦੇ ਲੋਕੋ, ਝਾਤ ਮਾਰੀਏ ਜੇ ਇਸ ਹਿੰਦੁਸਤਾਨ ਦੇ ਪਹਿਲੇ ਇਤਿਹਾਸ ਦੇ ਉੱਤੇ। ਉਦੋਂ ਦੇ ਸਮੇਂ ਤੇ ਜਦੋਂ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਅੱਤ ਚੁੱਕਦਾ ਹੈ
ਔਰ ਜ਼ਬਰ ਜ਼ੁਲਮ ਦੇ ਨਾਲ ਕਹਿੰਦਾ ਹੈ ਸਵਾ ਮਨ ਜਨੇਊ ਲਾ ਕੇ ਕਹਿੰਦੇ ਮੈਂ ਹੁਣ ਪ੍ਰਸ਼ਾਦਾ ਛਕਣਾ ਹੈ। ਇਦੋਂ ਬਿਨਾ ਇਸਲਾਮ ਤੋਂ ਬਿਨਾ ਹੋਰ ਕੋਈ ਧਰਮ ਜਿਹੜਾ ਹੈ ਇਹ ਸੰਸਾਰ ਤੇ ਦੁਨੀਆ ਤੇ ਇਹ ਹਿੰਦੁਸਤਾਨ ਤੇ ਨਜ਼ਰ ਨਹੀਂ ਆ ਸਕਦਾ। ਉਹਨੇ ਆਖਿਆ ਵੀ ਆਪਣੇ ਸਾਰੇ ਪੈਰੋਕਾਰ ਨੇ ਜਿਹੜੇ ਕੋਈ ਵਜ਼ੀਰ ਹੈ, ਮੰਤਰੀ ਹੈ, ਸੰਤਰੀ ਹੈ, ਸਭ ਨੂੰ ਆਖ ਦਿੱਤਾ ਕਿ ਭਾਵੇਂ ਲਾਲਚ ਦਿਓ, ਭਾਵੇਂ ਡੰਡੇ ਦੇ ਨਾਲ, ਭਾਵੇਂ ਡਰਾ ਕੇ, ਕਿਵੇਂ ਵੀ ਸਾਰਿਆਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਓ। ਇੱਥੇ ਕੋਈ ਹੋਰ ਧਰਮ ਰਹਿਣਾ ਨਹੀਂ ਚਾਹੀਦਾ। ਤੇ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਨੇ ਇਸ ਤਰ੍ਹਾਂ ਫਰਮਾਨ ਦੇ ਦਿੱਤਾ, ਐਲਾਨ ਕਰ ਦਿੱਤਾ ਤੇ ਦੁਨੀਆ ਤੇ ਕਹਿੰਦੇ ਜ਼ਬਰ ਜ਼ੁਲਮ ਹੋਣਾ ਸ਼ੁਰੂ ਹੋ ਗਿਆ। ਧੱਕੇ ਦੇ ਨਾਲ ਕਿਸੇ ਨੂੰ ਡਰਾ ਕੇ ਕਿਸੇ ਨੂੰ ਕਿਵੇਂ ਮੁਸਲਮਾਨ ਬਣਾਇਆ ਜਾਂਦਾ ਹੈ। ਤੇ ਆਖਿਆ ਵਿਦਵਾਨਾਂ ਨੇ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਇੱਥੇ ਕੋਈ ਹੋਰ ਆਪਾਂ ਨੂੰ ਆ ਦਸਤਾਰਾਂ ਵਾਲੇ ਲੱਭਣੇ ਨਹੀਂ ਸੀ, ਸਾਨੂੰ ਧੋਤੀ ਬੋਦੀ ਨਹੀਂ ਸੀ ਲੱਭਣੀ, ਸਾਨੂੰ ਹਿੰਦੂਆਂ ਦੇ ਮੰਦਰ ਤੀਰਥ ਜਿਹੜੇ ਨੇ ਲੱਭਣੇ ਨਹੀਂ ਸਨ ਜੇ ਕਲਗੀਆਂ ਵਾਲੇ ਸਤਿਗੁਰੂ ਜੀ ਮਹਾਨ ਕੁਰਬਾਨੀਆਂ ਨਾ ਕਰਦੇ। ਤੇ ਇਸ ਕਰਕੇ ਵਿਦਵਾਨਾਂ ਨੇ ਲਿਖਿਆ ਹੈ ਆਪਾਂ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ। ਇਹ ਪੰਜਾਬ ਜੋ ਹੈ ਸਮੁੱਚਾ ਬਹੁਤ ਵੱਡਾ ਇਸ ਦਾ ਉਸ ਵੇਲੇ ਘੇਰਾ ਸੀ। ਲਿਖਣ ਵਾਲੇ ਨੇ ਲਿਖਿਆ ਵੀ ਇਸ ਦੇਸ਼ ਨੂੰ ਕਹਿ ਦਈਏ ਵੀ ਇਸ ਦੇਸ਼ ਨੂੰ ਸਰਬੰਸ ਵਾਰ ਕੇ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਬਣਾਇਆ। ਕਿਹਨੇ? ਸਰਬੰਸ ਵਾਰ ਕੇ ਵਸਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲੰਗੀਆਂ ਵਾਲਿਆ, ਆਪ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲੰਗੀਆਂ ਵਾਲਿਆ, ਸਰਬੰਸ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲੰਗੀਆਂ ਵਾਲਿਆ, ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲਗੀਆਂ ਵਾਲਿਆ, ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲਗੀਆਂ ਵਾਲਿਆ, ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲਗੀਆਂ ਵਾਲਿਆ। ਕਹਿੰਦੇ ਨੇ ਸਰਬੰਸ ਵਾਰ ਕੇ ਵਸਾ ਦਿੱਤਾ ਇਹ ਦੇਸ਼। ਇਹ ਦੁਨੀਆ ਦੇ ਲੋਕ ਅੱਜ ਆਪਾਂ ਜੇ ਫਿਰ ਰਹੇ ਹਾਂ ਤੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆ ਦਸਤਾਰ ਸਜਾਈ ਹੈ, ਬਾਣੇ ਪਾਏ ਨੇ, ਸ੍ਰੀ ਸਾਹਿਬਾਂ ਆਪਣੇ ਪਾਈਆਂ ਨੇ, ਅੰਮ੍ਰਿਤ ਛਕਿਆ ਹੈ ਤੇ ਇਹ ਕਲਗੀਆਂ ਵਾਲੇ ਸਤਿਗੁਰਾਂ ਦੀ ਕਿਰਪਾ ਕਰਕੇ ਉਹਨਾਂ ਨੇ ਸਰਬੰਸ ਵਾਰਿਆ ਹੈ ਤੇ ਸਾਨੂੰ ਵਸਾ ਦਿੱਤਾ। ਤੇ ਇੱਥੋਂ ਤੱਕ ਕਹਿੰਦੇ ਨੇ ਸਤਿਗੁਰੂ ਜੀ ਦੇ ਬਚਨ ਨੇ, ਧੰਨ ਪਿਤਾ ਜੀ ਬਾਜਾਂ ਵਾਲਿਆ, ਓ ਧੰਨ ਪਿਤਾ ਜੀ ਕਲਗੀਆਂ ਵਾਲਿਆ, ਧੰਨ ਪਿਤਾ ਜੀ ਕਲਗੀਆਂ ਵਾਲਿਆ, ਧੰਨ ਪਿਤਾ ਜੀ ਬਾਜਾਂ ਵਾਲਿਆ, ਧੰਨ ਪਿਤਾ ਜੀ ਬਾਜਾਂ ਵਾਲਿਆ, ਕਲਗੀਆਂ ਵਾਲਿਆ, ਸਰਬੰਸ ਵਾਰ ਕੇ ਵਸਾਇਆ ਦੇਸ਼ ਪੰਜਾਬ, ਧੰਨ ਪਿਤਾ ਕਲਗੀਆਂ ਵਾਲਿਆ, ਸਰਬੰਸ ਵਾਰ ਕੇ ਵਸਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲਗੀਆਂ ਵਾਲਿਆ, ਸਰਬੰਸ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਕਲਗੀਆਂ ਵਾਲਿਆ, ਸਰਬੰਸ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧੰਨ ਪਿਤਾ ਬਾਜਾਂ ਵਾਲਿਆ, ਸਰਬੰਸ ਵਾਰ ਕੇ ਬਚਾਇਆ ਦੇਸ਼
ਧਨ ਪਿਤਾ ਬਾਜਾਂ ਵਾਲਿਆ। ਸਰਬੰਸ ਵਾਰ ਕੇ ਬਚਾਇਆ ਦੇਸ਼ ਪੰਜਾਬ ਨੂੰ, ਧਨ ਪਿਤਾ ਬਾਜਾਂ ਵਾਲਿਆ। ਸਭ ਕੁਝ ਵਾਰ ਕੇ ਕਲੰਗੀਆਂ ਵਾਲੇ ਸਤਿਗੁਰਾਂ ਨੇ ਸਾਨੂੰ ਵਸਾਉਣਾ ਕੀਤਾ ਹੈ। ਆਖ ਦਿੱਤਾ ਸੀ ਵੀਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਿਫਤ ਕੀਤੀ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਦੇਵੀ ਦੇਵ ਦੇਹੁ ਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਇੱਥੇ ਕਿਹਨਾਂ ਨੂੰ ਪਤਾ ਹੋਣਾ ਸੀ, ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਵੇਦ ਵੀ ਸਨ, ਪੁਰਾਣ ਵੀ ਸਨ, ਸਿਮਰਤੀਆਂ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ, ਖਤਮ ਕਰ ਦਿੱਤੀਆਂ ਜਾਣੀਆਂ ਸੀ। ਤਾਂ ਵੇਖੋ ਐਡੀ ਵੱਡੀ ਤਾਕਤ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ, ਤੇ ਲਿਖਦੇ ਨੇ ਇਤਿਹਾਸ ਦੇ ਵਿੱਚ, ਕਹਿੰਦੇ ਨੇ 22 ਲੱਖ ਫੌਜਾਂ ਦਾ ਸਰਦਾਰ ਸੀ ਉਹ ਬਾਦਸ਼ਾਹ। 22 ਲੱਖ ਫੌਜ ਕਹਿੰਦੇ ਉਹਦੇ ਇਸ਼ਾਰੇ ਤੇ ਚੱਲਦੀ ਸੀ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਨਿਕਲਣਾ ਤੇ ਇਤਿਹਾਸ ਦੇ ਬਚਨ ਨਹੀਂ ਕਹਿੰਦੇ ਦਵੈ ਬਿੰਸਤ ਲੱਛ ਸੈਨਾ ਸੰਗ, ਕਹਿੰਦੇ 22 ਲੱਖ ਦੀ ਸੈਨਾ ਇਰਦ ਗਿਰਦ ਹੋ ਕੇ ਉਹਦੇ ਚੱਲਦੀ ਸੀ, 22 ਲੱਖ ਦੀ। ਤੇ ਆਪਾਂ ਕਿਤੇ 1 ਲੱਖ ਬੰਦਾ ਇਕੱਠਾ ਵੇਖ ਲਈਏ ਨਾ ਵੀ ਇੱਥੇ ਲੱਖ ਬੰਦੇ ਦਾ ਇਕੱਠ ਹੈ, ਤੇ ਸਾਧ ਸੰਗਤ ਜੀ ਸਾਨੂੰ ਦੂਰ ਤੱਕ ਇਉਂ ਲੱਗੇਗਾ ਵੀ ਬਹੁਤ ਇਕੱਠ ਹੈ ਬਈ। ਤੇ ਵੇਖੋ ਜਿਹਦੇ ਨਾਲ 22 ਲੱਖ ਦਾ ਇਕੱਠ ਤੁਰਦਾ ਹੈ। ਦਵੈ ਬਿੰਸਤ ਲੱਛ ਸੈਨਾ ਸੰਗ, 10,000 ਤੋਪੈ ਗੜ ਭੰਗ। ਤੇ ਉਹਨਾਂ ਦੇ ਵਿੱਚੋਂ 10,000 ਉਹ ਵੱਡੀਆਂ ਤੋਪਾਂ ਨਾਲ ਉਸ ਦੇ ਹੁੰਦੀਆਂ ਸਨ, ਜਿਹੜੀਆਂ ਕਿਲੇ ਭੰਨਦੀਆਂ ਹੁੰਦੀਆਂ ਸੀ, ਜਿਹਦਾ ਇੱਕ ਗੋਲਾ ਚੱਲਣਾ ਵੱਡੀ ਤੋਂ ਵੱਡੀ, ਮੋਟੀ ਤੋਂ ਮੋਟੀ ਕੰਧ ਦੇ ਇੱਟ ਖੜਕਾ ਦੇਣੀ ਉਹਨਾਂ ਨੇ, ਪਤਾ ਨਹੀਂ ਲੱਗਣਾ ਵੀ ਇੱਥੇ ਕੰਧ ਵੀ ਹੈ ਸੀ, ਐਡੀਆਂ ਤਕੜੀਆਂ ਤੋਪਾਂ। ਤੇ ਅੱਗੇ ਉਹਨਾਂ ਨੇ ਲਿਖਿਆ ਅਰ 50,000 ਜਮੂਰੇ, ਤੇ ਜਮੂਰਾ ਕਹਿੰਦੇ ਨੇ ਛੋਟੀਆਂ ਤੋਪਾਂ ਨੂੰ। 50,000 ਦੀ ਗਿਣਤੀ ਹੈ ਜਿਹੜੀਆਂ ਛੋਟੀਆਂ ਤੋਪਾਂ ਰੱਖੀਆਂ ਉਸਨੇ। ਅਰੇ ਉਨ ਕੋ ਕੀਨਸ ਸਭ ਚੂਰੇ, ਤੇ ਜਿਹੜਾ ਬਾਦਸ਼ਾਹ ਦੇ ਅੱਗੇ ਅੜਦਾ ਸੀ ਤੇ ਉਹਨੂੰ ਕਹਿੰਦੇ ਉਹ ਚੂਰ ਚੂਰ ਕਰ ਦਿੰਦਾ ਸੀ, ਐਡੀ ਤਾਕਤ ਰੱਖਦਾ ਸੀ ਔਰੰਗਜ਼ੇਬ ਬਾਦਸ਼ਾਹ। ਪਰ ਵੇਖੋ ਸਾਧ ਸੰਗਤ ਜੀ, ਸਾਡਾ ਇਤਿਹਾਸ ਗਵਾਹ ਹੈ, ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਐਡੀਆਂ ਵੱਡੀਆਂ ਤਾਕਤਾਂ ਦੇ ਮਾਲਕ ਨੂੰ ਜੇ ਮਿੱਟੀ ਦੇ ਵਿੱਚ ਮਿਲਾਇਆ, ਜੇ ਉਸ ਦਾ ਰਾਜ ਭਾਗ ਜ਼ੁਲਮ ਦਾ ਖਤਮ ਕੀਤਾ, ਤੇ ਸਾਡੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਖੋ ਸਤਨਾਮ ਹੋ। ਉਹਨਾਂ ਦੀ ਕਿਸੇ ਬੰਦੇ ਦੇ ਨਾਲ ਲੜਾਈ ਨਹੀਂ ਹੈ, ਜਬਰ ਤੇ ਜ਼ੁਲਮ ਦੇ ਨਾਲ ਹੈ। ਜਿਹੜਾ ਜ਼ੁਲਮ ਕਰਦਾ ਹੈ, ਧੱਕਾ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਪਹਿਲਾਂ ਅਸੀਂ ਉਹਨੂੰ ਪਿਆਰ ਨਾਲ ਸਮਝਾਵਨੇ ਹਾਂ। ਪੰਜਵੇਂ ਪਾਤਸ਼ਾਹ ਜੀ ਤਿੱਕਰ ਬੜੇ ਪਿਆਰ ਦੇ ਨਾਲ ਸੱਚ ਦਾ ਪ੍ਰਚਾਰ ਕਰਦੇ ਆਏ। ਤੇ ਜਦੋਂ ਫਿਰ ਕਹਿੰਦੇ ਪਾਣੀ ਸਿਰ ਦੇ ਉੱਤੋਂ ਲੰਘ ਗਿਆ, ਤੇ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣੀਆਂ ਪਈਆਂ, ਆਖੋ ਸਤਨਾਮ ਹੋ। ਤੇ ਇਸ ਤਰ੍ਹਾਂ ਸਾਨੂੰ ਵੀ ਸਤਿਗੁਰੂ ਜੀ ਨੇ ਆਖਿਆ ਹੈ ਵੀ ਇਹ ਸ਼ਸਤਰ ਸਦਾ ਆਪਣੇ ਨਾਲ ਰੱਖਣੇ ਨੇ। ਅੱਜ ਦਾ ਸਮਾਂ ਵੀ ਐਸਾ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮੇਲੇ ਕਰ ਰਹੀਆਂ। ਕੋਈ ਭੇਟਾਵਾਂ ਲੈ ਕੇ ਆਉਂਦਾ ਹੈ, ਮਹਾਰਾਜ ਜੀ ਆ ਪੁਸ਼ਾਕ ਲਿਆਂਦੀ ਹੈ, ਸਤਿਗੁਰੂ ਜੀ ਨੇ ਪੁਸ਼ਾਕਾਂ ਪਹਿਨ ਲੈਣੀਆਂ। ਕਿਸੇ ਨੇ ਮਾਇਆ ਅਰਦਾਸ ਕਰਵਾਈ ਹੈ ਕਿ ਕੋਈ ਘੋੜੇ ਲੈ ਕੇ ਆਉਂਦਾ ਹੈ, ਕੋਈ ਸ਼ਸਤਰ ਲੈ ਕੇ ਆਉਂਦਾ ਹੈ, ਕੋਈ ਕੁਝ ਲੈ ਕੇ ਆਉਂਦਾ ਹੈ। ਸਤਿਗੁਰੂ ਜੀ ਸਭਨਾਂ ਨੂੰ ਮਾਣ ਸਤਿਕਾਰ ਦੇਣਾ ਕਰਦੇ ਨੇ, ਹਰ ਇੱਕ ਦੀਆਂ ਭੇਟਾਵਾਂ ਨੂੰ ਮਨਜ਼ੂਰ ਕਰਦੇ ਨੇ, ਪ੍ਰਵਾਨ ਕਰਦੇ ਨੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਅਨੰਦਪੁਰ ਸਾਹਿਬ ਦੇ ਨੇੜਿਓਂ ਹੀ ਇੱਕ ਗੁਰਸਿੱਖ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਨਾ ਬੜੇ ਪਿਆਰ ਦੇ ਨਾਲ ਆਪਣੇ ਘਰੋਂ ਉਹਨੇ ਪ੍ਰਸ਼ਾਦਾ ਬਣਵਾਇਆ। ਮਾਈਆਂ ਨੇ ਸਰੋਂ ਦਾ ਸਾਗ ਬਣਾਇਆ ਬੜਾ ਪਿਆਰ ਦੇ ਨਾਲ।
ਤੇ ਮੱਕੀ ਦੀ ਰੋਟੀ ਨੂੰ ਲਾਹ ਲਿੱਤਾ ਤੇ ਨਾਲ ਲੱਸੀ ਵੀ ਦਿੱਤੀ ਹੈ। ਤੇ ਚੌਥਾ ਉਹਨਾਂ ਨੇ ਲਿਖਿਆ ਵੀ ਦਹੀਂ ਵਾਸਤੇ ਵੀ ਭਾਂਡਾ ਨਾਲ ਵਿੱਚ ਦਹੀਂ ਪਾ ਕੇ ਦੇ ਦਿੱਤਾ। ਤੇ ਉਹ ਸੇਵਾਦਾਰ ਸੀ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਨ ਵਾਲਾ ਗੁਰਸਿੱਖ ਪਿਆਰਾ। ਉਹਨੇ ਆਖਿਆ ਵੀ ਹੁਣ ਗਰਮੀ ਤੋਂ ਬਾਅਦ ਵਿੱਚ ਇਹ ਸੀਜ਼ਨ ਆਇਆ ਹੈ ਜਿਨ੍ਹਾਂ ਵੇਲਿਆਂ ਦੇ ਵਿੱਚ ਆਪਾਂ ਆਪ ਸਭ ਮੱਕੀ ਦੀ ਰੋਟੀ ਤੇ ਸਾਗ ਦਾ ਆਨੰਦ ਮਾਣਦੇ ਨੇ। ਤੇ ਉਹਨਾਂ ਨੇ ਪਿਆਰ ਚ ਆਖਿਆ ਵੀ ਕਲੰਗੀਆਂ ਵਾਲੇ ਸਤਿਗੁਰਾਂ ਨੂੰ ਛਕਾਉਣਾ ਹੈ ਪਹਿਲਾਂ ਸਭ ਤੋਂ ਜਾ ਕੇ, ਫੇਰ ਆਪਾਂ ਘਰ ਦੇ ਵਿੱਚ ਇਹ ਛਕਣਾ ਹੈ। ਪਰਿਵਾਰ ਨੇ ਕੀ ਕੀਤਾ, ਇੱਕ ਝੋਲੇ ਦੇ ਵਿੱਚ ਉਹ ਸਭ ਕੁਝ ਪ੍ਰਸ਼ਾਦਾ ਪਾਣੀ ਬੰਨ੍ਹ ਕੇ ਉਹ ਸਿੱਖ ਨੂੰ ਆਖਿਆ, ਸੇਵਾਦਾਰ ਜੋ ਸਤਿਗੁਰੂ ਜੀ ਦੇ ਸੰਗਤ ਕਰਨ ਵਾਲਾ ਪਰਿਵਾਰ ਹੈ, ਕਹਿੰਦੇ ਭਾਈ ਅਨੰਦਪੁਰ ਸਾਹਿਬ ਲਾਗੇ ਹੀ ਹੈ, ਨੇੜੇ ਹੀ ਹੈ, ਚਲੋ ਜਾਓ ਜਾ ਕੇ ਸਤਿਗੁਰੂ ਜੀ ਨੂੰ ਇਹ ਪ੍ਰਸ਼ਾਦਾ ਛਕਾ ਕੇ ਆਓ। ਤੇ ਕਹਿੰਦੇ ਨੇ ਸਭ ਕੁਝ ਉਹ ਰਸਦਾਂ ਬਸਦਾਂ ਲੈ ਕਰਕੇ ਜਦੋਂ ਘਰੋਂ ਤੁਰੇ, ਤੁਰਦਿਆਂ ਜਦੋਂ ਇੱਕ ਮੋੜ ਦੇ ਉੱਤੇ ਵੇਖਿਆ ਆਵਾਜ਼ ਵੱਜ ਗਈ ਵੀ ਉਹ ਗੁਰਮੁਖ ਪਿਆਰਿਆ ਕਿੱਧਰ ਨੂੰ ਚੱਲਿਆ ਹੈ, ਜਰਾ ਸਾਡੀ ਗੱਲ ਸੁਣ। ਤਿਨੇ ਵੇਖਿਆ ਵੀ ਕੌਣ ਨੇ, ਦੇਖਣ ਨੂੰ ਪਹਿਰਾਵਾ ਤੇ ਸਿੰਘਾਂ ਵਾਲਾ ਹੈ, ਗਿਣਤੀ ਦੇ ਵਿੱਚ 5 ਨੇ, ਬੈਠੇ ਨੇ ਉਸ ਜਗ੍ਹਾ ਤੇ। ਕਹਿੰਦੇ ਭਾਈ ਕਿੱਧਰ ਨੂੰ ਚੱਲਿਆ ਹੈ? ਉਹ ਕਹਿੰਦਾ ਵੀ ਮਹਾਂਪੁਰਸ਼ੋ ਗੁਰਮੁਖ ਪਿਆਰਿਓ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ। ਅੱਛਾ ਫਿਰ ਆ ਨਾਲ ਕੀ ਲੈ ਕੇ ਚੱਲਿਆ? ਕਹਿੰਦੇ ਜੀ ਇਹ ਪ੍ਰਸ਼ਾਦਾ ਹੈ, ਸਤਿਗੁਰੂ ਜੀ ਨੂੰ ਛਕਾਉਣਾ ਹੈ, ਸਤਿਗੁਰੂ ਜੀ ਛਕਣਗੇ ਤੇ ਸਾਨੂੰ ਬਖਸ਼ਿਸ਼ਾਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੇ ਉਹਨਾਂ ਨੇ ਇੱਕ ਬਚਨ ਆਖਿਆ ਸੀ ਸਾਡੇ ਸਾਰਿਆਂ ਦੇ ਪੱਲੇ ਬੰਨਣ ਵਾਲਾ ਹੈ। ਉਹ ਕਹਿੰਦੇ ਵੀ ਜੇ ਤੇਰਾ ਪ੍ਰਸ਼ਾਦਾ ਅਸੀਂ ਇੱਥੋਂ ਹੀ ਅਨੰਦਪੁਰ ਸਾਹਿਬ ਪਹੁੰਚਾ ਦਈਏ ਫੇਰ। ਤੇ ਉਹ ਸੋਚਾਂ ਵਿੱਚ ਪੈ ਗਿਆ ਵੀ ਇਦਾਂ ਹੋ ਜਾਏਗਾ, ਇਹ ਕੀ ਗੱਲ ਕਹਿ ਦਿੱਤੀ ਵੀ ਇੱਥੇ ਛਕੋਗੇ ਤੁਸੀਂ, ਪਹੁੰਚੂਗਾ ਉੱਥੇ, ਇਹ ਕੀ ਗੱਲ ਬਣ ਗਈ। ਸਾਡਾ ਵੀ ਮਨ ਤਰਕਵਾਦੀ ਹੋ ਜਾਂਦਾ ਹੈ ਵੀ ਆਹ ਕਿਵੇਂ ਹੋ ਜਾਏਗਾ ਭਾਈ, ਕਰਦੇ ਆ ਨਾ ਸਵਾਲ, ਸਾਡਾ ਵੀ ਮਨ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਵੇਂ ਪੱਥਰ ਨੂੰ ਰੋਕ ਲੈਣਗੇ, ਕਿਉਂਕਿ ਪੱਥਰ ਬੜਾ ਭਾਰਾ ਹੈ, ਸਾਡੇ ਵਾਸਤੇ ਬੜਾ ਭਾਰਾ ਹੈ, ਪਰ ਜਿਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ, ਇੱਕ ਛੋਟਾ ਜਿਹਾ ਪੱਥਰ ਨਹੀਂ ਉਹਦੇ ਹੁਕਮ 'ਚ ਰੁਕ ਸਕਦਾ। ਆਖੋ ਸਤਨਾਮ ਹੋ ਸ੍ਰੀ ਵਾਹਿਗੁਰੂ। ਜਿਹਦੀ ਦ੍ਰਿਸ਼ਟੀ ਦੇ ਨਾਲ ਕੌੜੇ ਰੀਠੇ ਮਿੱਠੇ ਹੋ ਸਕਦੇ ਨੇ, ਤੇ ਦੇਖੋ ਜੇ ਉਹਦੀ ਦ੍ਰਿਸ਼ਟੀ ਕਿਸੇ ਮਨਮੁਖ ਤੇ ਪੈ ਜਾਏ ਉਹ ਗੁਰਮੁਖ ਨਹੀਂ ਬਣ ਸਕਦਾ। ਇਹ ਸਤਿਗੁਰੂ ਜੀ ਦੀ ਵਡਿਆਈ ਹੈ। ਤੇ ਸਾਡਾ ਮਨ ਜਿਹੜਾ ਇਹ ਤਰਕ ਕਰਦਾ ਹੈ, ਇਹ ਨਿੰਦਿਆ ਵੀ ਕਰਦਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਵੇਖਿਓ ਕਿਤੇ ਇਸ ਪਾਸੇ ਨਾ ਚਲ ਜਿਓ, ਕਿਉਂਕਿ ਨਿੰਦਿਆ ਹੈ ਨਾ ਜਿਹੜੀ ਕਿਸੇ ਦੀ ਵੀ ਭਲੀ ਨਹੀਂ। ਇਹ ਨਿੰਦਿਆ ਜਿਹੜੀ ਹੈ ਕਿਸੇ ਮਾੜੇ ਬੰਦੇ ਦੀ ਵੀ ਕੀਤੀ ਹੋਈ ਨਿੰਦਿਆ ਸਾਨੂੰ ਜਿਹੜੀ ਹੈ ਡੋਬ ਦਿੰਦੀ ਹੈ। ਅਣਮਨਜ਼ੂਰੀ ਭਾਰ ਹੈ ਜਿਹੜਾ ਸਾਡੇ ਸਿਰ ਤੇ ਆ ਜਾਂਦਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕੀ ਕਹਿੰਦੀ ਹੈ ਸਾਨੂੰ, ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਭਲੀ ਕਿਸੇ ਦੀ ਨਾਹੀਂ, ਨਿੰਦਿਆ ਭਲੀ ਕਿਸੇ ਦੀ ਨਾਹੀਂ। ਨਿੰਦਿਆ ਭਲੀ ਕਿਸੇ ਦੀ ਨਾਹੀਂ, ਭਲੀ ਕਿਸੇ ਦੀ ਨਾਹੀਂ। ਭਲੀ ਕਿਸੇ ਦੀ ਨਾਹੀਂ, ਨਿੰਦਿਆ ਭਲੀ ਕਿਸੇ ਦੀ
ਨਾਹੀ ਭਲੀ ਕਿਸੇ ਦੀ ਨਾਹੀ ਨਿੰਦਿਆ ਭਲੀ ਕਿਸੇ ਦੀ ਨਾਹੀ ਭਲੀ ਕਿਸੇ ਦੀ ਨਾਹੀ ਨਿੰਦਿਆ ਭਲੀ ਕਿਸੇ ਦੀ ਨਾਹੀ ਭਲੀ ਕਿਸੇ ਦੀ ਨਾਹੀ ਨਿੰਦਿਆ ਭਲੀ ਕਿਸੇ ਦੀ ਨਾਹੀ ਨਿੰਦਿਆ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਨਿੰਦਿਆ ਭਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ ਨੇ ਕਹਿੰਦੇ ਨਿੰਦਿਆ ਨਹੀਂ ਕਿਸੇ ਦੀ ਭਲੀ ਪਰ ਇਸ ਨੂੰ ਮਨਮੁਖ ਲੋਕੀ ਫਿਰ ਵੀ ਛੱਡਦੇ ਨਹੀਂ ਕਰਦੇ ਨੇ ਉਹਨਾਂ ਨੂੰ ਪਤਾ ਹੈ ਮਾੜੀ ਹੈ ਪਰ ਕਹਿੰਦੇ ਨੇ ਪਾਪੀ ਨੂੰ ਪਤਾ ਹੈ ਪਾਪ ਬੁਰਾ ਹੈ ਪਰ ਫਿਰ ਵੀ ਛੱਡਦਾ ਨਹੀਂ ਉਹਦਾ ਸੁਭਾਅ ਐਸਾ ਬਣ ਜਾਂਦਾ ਹੈ ਤੇ ਕਹਿੰਦੇ ਨੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲਿਜਾਣ ਵਾਲਾ ਉਹ ਗੁਰਸਿੱਖ ਉੱਥੇ ਖੜ ਕੇ ਸੋਚਦਾ ਹੈ ਵੀ ਲੈ ਕੇ ਤੇ ਸਤਿਗੁਰਾਂ ਵਾਸਤੇ ਜਾਣਾ ਹੈ ਇਹਨਾਂ ਨੇ ਛਕਣਾ ਹੋਣਾ ਹੈ ਉਹਨੇ ਆਖਿਆ ਵੀ ਛਕਣਾ ਹੈ ਤੇ ਤੁਸੀਂ ਉਦਾਂ ਛਕ ਲਓ ਵੀ ਉੱਥੇ ਇਦਾਂ ਕਿਵੇਂ ਪਹੁੰਚ ਜਾਏਗਾ ਮਨ ਵਿੱਚ ਸੋਚਦਾ ਹੈ ਪਰ ਫਿਰ ਇਹਨੇ ਕੀ ਕੀਤਾ ਵੀ ਛਕਾ ਦਈਏ ਪ੍ਰਸ਼ਾਦਾ ਛਕਾ ਦਿੱਤਾ ਉਹਨਾਂ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ ਪੰਜਾਂ ਸਿੰਘਾਂ ਨੇ ਪ੍ਰਸ਼ਾਦਾ ਛਕ ਲਿਆ ਛਕਣ ਉਪਰੰਤ ਤੇ ਇਹਨੇ ਆਖਿਆ ਵੀ ਹੁਣ ਨੇੜੇ ਤੇ ਆਈ ਹੈ ਆਨੰਦਪੁਰ ਸਾਹਿਬ ਦੇ ਵੀ ਚਲੋ ਦਰਸ਼ਨ ਤੇ ਕਰ ਚਲੀਏ ਆਖੋ ਸਤਨਾਮ ਕਹਿੰਦੇ ਦਰਸ਼ਨ ਤੇ ਮਹਾਰਾਜ ਦੇ ਕਰਕੇ ਹੀ ਚਲੀਏ ਉਹ ਭਾਂਡੇ ਉਦਾਂ ਹੀ ਖਾਲੀ ਉਹਨੇ ਕਿਸੇ ਕੱਪੜੇ ਵਿੱਚ ਲਪੇਟੇ ਹੋਏ ਨੇ ਤੇ ਨਾਲ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਤੁਰਿਆ ਜਾਂਦਾ ਹੈ ਤੇ ਨਾਲੇ ਮਨ ਦੇ ਵਿੱਚ ਸੋਚਦਾ ਹੈ ਮਨਾ ਕੋਈ ਗੱਲ ਨਹੀਂ ਕੱਲ ਨੂੰ ਫੇਰ ਆਪਾਂ ਤਿਆਰ ਕਰਾਂਗੇ ਤੇ ਸਤਿਗੁਰੂ ਜੀ ਨੂੰ ਛਕਾਵਾਂਗੇ ਲਿਆ ਕੇ ਤੇ ਕਹਿੰਦੇ ਨੇ ਇੰਨੀਆਂ ਕੁ ਵਿਚਾਰਾਂ ਕਰਦਾ ਹੋਇਆ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਜਾ ਕੇ ਵੇਖਿਆ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਜੀਆਂ ਹੋਈਆਂ ਨੇ ਕੀਰਤਨ ਹੋ ਰਿਹਾ ਹੈ ਉਪਰੰਤ ਸਮਾਪਤੀ ਹੋਈ ਤੇ ਸੰਗਤਾਂ ਸਤਿਗੁਰੂ ਜੀ ਨੂੰ ਨਮਸਕਾਰ ਕਰ ਰਹੀਆਂ ਨੇ ਮਿਲ ਰਹੀਆਂ ਨੇ ਤੇ ਇਹ ਗੁਰਸਿੱਖ ਪਿਆਰਾ ਪਿੱਛੇ ਜੇ ਬੈਠਾ ਹੈ ਤੇ ਸਾਰਾ ਕੌਤਕ ਖੇਡ ਵੇਖ ਰਿਹਾ ਹੈ ਇੰਨੇ ਨੂੰ ਕੀ ਹੋਇਆ ਸਮਾਪਤੀ ਹੋਈ ਸੇਵਾਦਾਰ ਆਏ ਲੰਗਰ ਵਾਲੇ ਲਾਂਗਰੀ ਸਿੰਘ ਕਹਿੰਦੇ ਸਤਿਗੁਰੂ ਜੀ ਪ੍ਰਸ਼ਾਦਾ ਤਿਆਰ ਹੈ ਤੁਸੀਂ ਛਕੋ ਭੋਗ ਲਾਓ ਤੇ ਸਾਧ ਸੰਗਤ ਜੀ ਪਤਾ ਕਲਗੀਆਂ ਵਾਲੇ ਸਤਿਗੁਰਾਂ ਨੇ ਕੀ ਆਖਿਆ ਸੀ ਉਸ ਵੇਲੇ ਮਹਾਰਾਜ ਕਹਿਣ ਲੱਗੇ ਬਈ ਅਸੀਂ ਤੇ ਪ੍ਰਸ਼ਾਦਾ ਛਕਿਆ ਹੋਇਆ ਹੈ ਆਖੋ ਸਤਨਾਮ ਤੇ ਦੇਖਣ ਵਾਲੀ ਸੰਗਤ ਹੈਰਾਨ ਹੁੰਦੀ ਹੈ ਵੀ ਭੋਗ ਲੱਗਣ ਵਾਸਤੇ ਥਾਲ ਤੇ ਹੁਣੇ ਆਇਆ ਹੈ ਮਹਾਰਾਜ ਨੇ ਕਦੋਂ ਛਕ ਲਿਆ ਤੇ ਸਤਿਗੁਰੂ ਜੀ ਨੇ ਫੇਰ ਆਖਿਆ ਵੀ ਕਹਿੰਦੇ ਵੀ ਅਸੀਂ ਤੇ ਪ੍ਰਸ਼ਾਦਾ ਛਕਿਆ ਹੈ ਨਾਮ ਲੈ ਦਿੱਤੇ ਚੀਜ਼ਾਂ ਦੇ ਕਹਿੰਦੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਦਹੀਂ ਤੇ ਲੱਸੀ ਇਹ ਚੀਜ਼ਾਂ ਛਕ ਕੇ ਅਸੀਂ ਆਨੰਦ ਦੇ ਵਿੱਚ ਬੈਠੇ ਹਾਂ ਤੇ ਜਦੋਂ ਮਹਾਰਾਜ ਨੇ ਇਦਾਂ ਆਖਿਆ ਨਾ ਤੇ ਉਹ ਸੇਵਾਦਾਰ ਸੀ ਸਿੰਘ ਸੀ ਜਿਹੜਾ ਉੱਠ ਖਲੋਤਾ ਹੱਥ ਜੋੜ ਲਏ ਵਾਹ ਬਈ ਵਾਹ ਮਹਾਰਾਜ ਐਸੀ ਵੀ ਆਪਣੇ ਸੇਵਕਾਂ ਦੀ ਪ੍ਰਵਾਨ ਕਰ ਲੈਂਦੇ ਆ ਅੱਖਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਮਹਾਰਾਜ ਮੇਰਾ ਮਨ ਤਰਕਵਾਦੀ ਹੋ ਗਿਆ ਮੇਰਾ ਮਨ ਸ਼ੰਕਾਵਾਦੀ ਹੋ ਗਿਆ ਸੀ ਸਤਿਗੁਰੂ ਜੀ ਬਖਸ਼ ਲਵੋ ਤੇ ਸੰਗਤ ਹੈਰਾਨ ਵੀ ਇਹ ਖੇਡ ਕੀ ਵਰਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਗੁਰਮੁਖ ਪਿਆਰਿਆ ਜਾਂ ਤੇ ਸਾਰੀ ਸੰਗਤ ਨੂੰ ਵੀ ਦੱਸ ਵੀ ਕੀ ਖੇਡ ਵਰਤੀ ਹੈ ਤੇ ਉਹਨੇ ਫਿਰ ਦੱਸਿਆ ਸੀ ਵੀ ਐਦਾਂ ਸਿੰਘਾਂ ਨੇ ਪ੍ਰਸ਼ਾਦਾ ਛਕਿਆ
ਉਹ ਕਹਿੰਦੇ ਸੀ ਅਸੀਂ ਇੱਥੋਂ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਦਿੰਦੇ ਹਾਂ, ਪਰ ਮੇਰੇ ਮਨ ਨੇ ਮੰਨਿਆ ਨਹੀਂ। ਪਰ ਅੱਜ ਪ੍ਰਤੱਖ ਦੇਖ ਕੇ ਹੁਣ ਮੰਨ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੈਂ ਭੁੱਲ ਬਖਸ਼ਾਉਣਾ ਹੈ। ਆਖੋ ਸਤਨਾਮ। ਵਾਹਿਗੁਰੂ। ਤੇ ਮਹਾਰਾਜ ਜੀਆਂ ਨੇ ਫਿਰ ਉਪਦੇਸ਼ ਵੀ ਇਹ ਦਿੱਤਾ ਸੀ ਵੀ ਗੁਰਸਿੱਖ ਗੁਰਮੁਖ ਪਿਆਰਿਓ, ਇਸ ਤਰ੍ਹਾਂ ਲੋੜਵੰਦ ਦੀ ਸੇਵਾ ਸਾਰਿਆਂ ਨੇ ਕਰਨੀ ਹੈ। ਜੇ ਕਿਸੇ ਨੂੰ ਵਸਤਰ ਦੀ ਲੋੜ ਹੈ ਵਸਤਰ ਦੇ ਦਿਓ, ਜੇ ਕਿਸੇ ਨੂੰ ਪ੍ਰਸ਼ਾਦਾ ਪਾਣੀ ਦੀ ਲੋੜ ਹੈ ਪ੍ਰਸ਼ਾਦਾ ਛਕਾਓ। ਜਿੰਨੀ ਕਿ ਸਾਡੇ 'ਚ ਯੋਗਤਾ ਹੈ ਸੇਵਾ ਕਰੋ। ਕਿਉਂ? ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਪਹੁੰਚਿਆ ਜਾਣਾ। ਦੇਸ਼ ਪਿਆਰੇ ਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, 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 ਦੇਸ਼ ਪਿਆਰੇ ਦੇ। ਵਾਹ 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 ਜੀ ਦੇਸ਼ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ। ਸਤਿਗੁਰੂ ਜੀ ਕਹਿੰਦੇ ਨੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ। ਜਿਹੜੇ ਕੇਵਲ ਗੱਲਾਂ ਕਰਦੇ ਨੇ ਇਹ ਤੇ ਦੂਰ ਦੇ ਨੇ ਬੜੇ। ਮੰਨਣ ਵਾਲੇ ਨੇ ਜਿਹੜੇ ਉਹ ਇਸ ਘਰ ਚੋਂ ਝੋਲੀਆਂ ਭਰਾ ਲੈਂਦੇ ਨੇ। ਇੱਥੇ ਵੀ ਸ਼੍ਰੀਮਾਨ ਸੰਤ ਬਾਬਾ ਅਜਮੇਰ ਸਿੰਘ ਜੀ ਮਹਾਪੁਰਸ਼, ਜਿਨ੍ਹਾਂ ਵੀ ਇਹਨਾਂ ਮਹਾਪੁਰਸ਼ਾਂ ਦੇ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਿਆ ਕਮਾਇਆ ਹੈ, ਤੇ ਉਹਨਾਂ ਦੇ ਜੀਵਨ ਸਵਰ ਜਾਂਦੇ ਨੇ। ਸਵਰ ਐਸਾ ਜੀਵਨ ਹੋ ਜਾਂਦਾ ਹੈ ਤੇ ਸਾਡੇ ਵਰਗੇ ਵੀ ਫਿਰ ਸੇਧ ਲੈਂਦੇ ਨੇ ਵੀ ਜੇ ਜ਼ਿੰਦਗੀ ਜਿਉਣੀ ਹੈ ਤੇ ਐਸੇ ਤਰ੍ਹਾਂ। ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਪੁਛਕ ਪਥਿਕ ਤੈ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੈ, ਹਿਰਦੈ ਵਿਚਾਰ ਕਿਤ ਸਹਿਜਾ ਕਮਾਈਐ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਐ। ਤੇ ਜਿੰਨਾ ਚਿਰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਾਂ ਕਮਾਉਂਦੇ ਨਹੀਂ ਨਾ ਜ਼ਿੰਦਗੀ ਦੇ ਵਿੱਚ, ਤੇ ਸਤਿਗੁਰੂ ਜੀ ਕਹਿੰਦੇ ਨੇ ਉਤਨੀ ਦੇਰ ਤੱਕ ਸਾਨੂੰ ਸਤ ਸੰਗਤ ਦਾ ਪੂਰਨ ਤੌਰ ਤੇ ਲਾਹਾ ਨਹੀਂ ਪ੍ਰਾਪਤ ਹੁੰਦਾ। ਆਖੋ ਸਤਨਾਮ ਮੇਰੀ ਵਾਹਿਗੁਰੂ। ਇਸ ਕਰਕੇ ਕੀ ਕਹਿੰਦੀ ਹੈ ਸਤਿਗੁਰਾਂ ਦੀ ਬਾਣੀ? ਵਾਹ 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 ਜੀ ਦੇਸ਼ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ, ਵਾਹ ਵਾਹ ਪਿਆਰੇ ਦੇ, ਵਾਹ 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 ਦੇਸ਼ ਪਿਆਰੇ ਦੇ। ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਜੀ ਦੇਸ਼ ਦੇ, ਪਿਆਰੇ ਦੇ,
ਨਾਲ ਨਾ ਪਹੁੰਚਿਆ ਜਾਣਾ ਨਹੀਂ। ਦੇਸ਼ ਪਿਆਰੇ ਦੇ ਗਲ ਨਾਲ ਨੀ ਪਹੁੰਚਿਆ ਜਾਣਾ। ਦੇਸ਼ ਪਿਆਰੇ ਦੇ ਗਲ ਨਾਲ ਨੀ ਪਹੁੰਚਿਆ ਜਾਣਾ। ਦੇਸ਼ ਪਿਆਰੇ ਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੱਲਾਂ ਬਾਤਾਂ ਦੇ ਨਾਲ ਇਹ ਸਭ ਕੁਝ ਪ੍ਰਾਪਤ ਨਹੀਂ ਹੋਵੇਗਾ। ਸਤ ਸੰਗਤ ਵਿੱਚ ਸਾਨੂੰ ਆਉਣਾ ਪੈਂਦਾ ਹੈ, ਆਪਣੇ ਸਰੀਰ ਨੂੰ ਵੀ ਕਸ਼ਟ ਦੇਣਾ ਪੈਂਦਾ ਹੈ। ਅੰਮ੍ਰਿਤ ਵੇਲੇ ਉੱਠਦੇ ਨੇ ਗੁਰਮੁਖ ਪਿਆਰੇ, ਨਹੀਂ ਠੰਡ ਦੇ ਵਿੱਚ ਕਿਹੜਾ ਆਪਣਾ ਬਿਸਤਰ ਛੱਡਣ ਨੂੰ ਕਿਹਦਾ ਦਿਲ ਕਰਦਾ ਹੈ। ਤੇ ਸਾਰੀ ਸਾਰੀ ਰਾਤ ਝਾਕਣ ਵਾਲੇ ਗੁਰਸਿੱਖ ਪਿਆਰੇ। ਤੇ ਕਹਿੰਦੇ ਕਿਸੇ ਨੇ ਆਖਿਆ ਮਹਾਂਪੁਰਸ਼ਾਂ ਕੋਲ ਕੋਈ ਲੇਖਕ ਆਇਆ, 5-7 ਮਿੰਟ ਦੇ ਵਿੱਚ ਸਮਾਪਤੀ ਕਰੀਏ। ਤੇ ਕਿਸੇ ਮਹਾਂਪੁਰਸ਼ਾਂ ਕੋਲ ਲੇਖਕ ਆਇਆ, ਉਹਨੇ ਆਖਿਆ ਜੀ ਮਹਾਂਪੁਰਸ਼ੋ ਮੇਰਾ ਜੀ ਕਰਦਾ ਮੈਂ ਤੁਹਾਡੀ ਜੀਵਨੀ ਲਿਖਾਂ। ਮੇਰਾ ਦਿਲ ਕਰਦਾ ਵੀ ਤੁਹਾਡਾ ਜੀਵਨ ਜਿਹੜਾ ਹੈ ਉਹ ਮੈਂ ਲਿਖਾਂ, ਇੱਕ ਕਿਤਾਬ ਦੇ ਵਿੱਚ ਕਲਮ ਦੇ ਨਾਲ ਲਿਖ ਦੇਵਾਂ। ਤੇ ਮਹਾਂਪੁਰਸ਼ਾਂ ਨੇ ਆਖਿਆ ਵੀ ਦਿਨ ਵਾਲਾ ਤੇ ਲਿਖ ਲਵੇਂਗਾ, ਰਾਤ ਵਾਲਾ ਕਿਵੇਂ ਲਿਖੇਗਾ ਆਖੋ ਸਤਨਾਮ। ਕਹਿੰਦੇ ਰਾਤਾਂ ਨੂੰ ਝਾਕਣ ਵਾਲੇ ਨੇ ਜਿਹੜੇ 8-8 ਘੰਟੇ 16-16 ਘੰਟੇ 20-20 ਘੰਟੇ ਬੈਠ ਕੇ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਵੀ ਹੈ ਨੇ। ਇਹ ਨਹੀਂ ਕਿ ਹੁਣ ਹੈ ਨਹੀਂ। ਤੇ ਉਹਨਾਂ ਦਾ ਜੀਵਨ ਜੇ ਕਿਤੇ ਫਤਿਹ ਸਾਂਝੀ ਹੋ ਜਾਵੇ ਨਾ, ਉਹਨਾਂ ਨਾਲ ਆਖ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਅੱਗੋਂ ਉਹ ਵੀ ਗੱਜ ਕੇ ਜਵਾਬ ਦੇਣ। ਤੇ ਐਸਾ ਉਹਨਾਂ ਦੇ ਬਚਨਾਂ 'ਚ, ਉਹਨਾਂ ਬੋਲਾਂ ਦੇ ਵਿੱਚੋਂ ਤਰੰਗਾਂ ਐਸੀਆਂ ਨਿਕਲਦੀਆਂ ਨੇ। ਤੇ ਕਈ ਮਹੀਨੇ ਸਾਡਾ ਵੀ ਫਿਰ ਬਾਣੀ ਛੱਡਣ ਨੂੰ ਦਿਲ ਨਹੀਂ ਕਰਦਾ। ਬੰਦਾ ਕਹਿੰਦੇ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਅੱਜ ਆਪਾਂ ਧੱਕੇ ਨਾਲ ਕਰਦੇ ਆ, ਆਪਣੇ ਮਨ ਨੂੰ ਕਰੜਾ ਜਿਹਾ ਕਰਕੇ। ਪਰ ਜਦੋਂ ਗੁਰਮੁਖਾਂ ਦੀ ਸੰਗਤ ਹੋਵੇ ਤੇ ਫਿਰ ਸਹਿਜੇ ਹੀ ਹੋਈ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਗਤ ਜ਼ਰੂਰੀ ਹੈ। ਤੇ ਸੰਗਤ ਵਾੜ ਹੈ ਸਾਡੇ ਵਿਸ਼ੇ ਵਿਕਾਰ ਜਿਹੜੇ ਨੇ ਮਨ ਦੀ ਖੇਤੀ ਨੂੰ ਖਰਾਬ ਨਾ ਕਰਨ। ਇਸ ਕਰਕੇ ਮਹਾਂਪੁਰਸ਼ਾਂ ਵੱਲੋਂ ਚਲਾਈਆਂ ਹੋਈਆਂ ਇਹ ਮਰਿਆਦਾਵਾਂ ਕਿ ਮਾਘ ਦੇ ਮਹੀਨੇ ਵਿੱਚ ਗੁਰਸਿੱਖ ਸੰਗਤਾਂ ਜੁੜਦੀਆਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ। ਤੇ ਜੁੜ ਕਰਕੇ ਭਾਵੇਂ ਕੋਈ ਇੱਥੇ ਵੱਡੇ ਤੋਂ ਵੱਡਾ ਹੈ, ਕੋਈ ਸਰਪੰਚ ਹੈ, ਪੰਚ ਹੈ, ਕੁਝ ਵੀ ਅਹੁਦੇਦਾਰ ਹੈ, ਤੇ ਇੱਥੇ ਸੰਗਤ ਦੇ ਵਿੱਚ ਸਭ ਇੱਕੋ ਜਿਹੇ ਨੇ, ਸਾਰੇ ਇੱਕੋ ਜਿਹੇ ਨੇ। ਇੱਥੋਂ ਤੱਕ ਕਿ ਮਹਾਰਾਜ ਆਪ ਕਹਿੰਦੇ ਨੇ ਕਿ ਅਸੀਂ ਤਾਂ ਆਪ ਦਾਸਾਂ ਦੇ ਦਾਸ ਬਣ ਕੇ ਰਹਿੰਦੇ। ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ। ਇੱਥੇ ਆ ਕੇ ਅਸੀਂ ਵੀ ਨਹੀਂ ਮਹਾਰਾਜ ਕਹਿੰਦੇ ਵੀ ਸਾਨੂੰ ਸਾਰੇ ਮੱਥਾ ਟੇਕੋ। ਤੇ ਸਤਿਗੁਰੂ ਜੀ ਦਾ ਕੀ ਇੱਥੋਂ ਦਾ ਸਿਧਾਂਤ ਹੈ, ਆਓ ਪੜ੍ਹ ਕੇ ਆਪਾਂ ਕਰੀਏ ਸਮਾਪਤੀ। ਸਾਹਿਬ ਬਣ ਕੇ ਰਹੀ ਨਾ ਮਨਾ ਮੇਰਿਆ, ਕਿ ਤੂੰ ਸਾਹਿਬ ਬਣ ਕੇ ਨਾ ਰਹੀ। ਕੀ ਬਣਦਾ ਹੈ? ਸੇਵਕਾਂ ਦਾ ਸੇਵਕ ਰਹੀ, ਬਣ ਕੇ ਰਹੀ ਨਾ ਮਨਾ ਮੇਰਿਆ। ਸੇਵਕਾਂ ਦਾ ਸੇਵਕ ਰਹੀ, ਰਹੀ ਨਾ ਮਨਾ ਮੇਰਿਆ। ਸੇਵਕਾਂ ਦਾ ਸੇਵਕ ਰਹੀ, ਸਾਹਿਬ ਬਣ ਕੇ ਰਹੀ ਨਾ ਮਨਾ ਮੇਰਿਆ। ਸੇਵਕਾਂ ਦਾ ਸੇਵਕ ਰਹੀ, ਸਾਹਿਬ ਬਣ ਕੇ ਰਹੀ ਨਾ ਮਨਾ ਮੇਰਿਆ। ਸੇਵਕਾਂ ਦਾ ਸੇਵਕ ਰਹੀ, ਸਾਹਿਬ ਬਣ ਕੇ ਰਹੀ ਨਾ ਮਨਾ ਮੇਰਿਆ। ਸੇਵਕਾਂ ਦਾ ਸੇਵਕ ਰਹੀ। ਸੇਵਕਾਂ ਦਾ ਜੀ ਸੇਵਕ ਰਹੀ, ਹੋ ਸੇਵਕਾਂ ਦਾ ਜੀ ਸੇਵਕ ਰਹੀ। ਸੇਵਕਾਂ ਦਾ ਜੀ ਸੇਵਕ ਰਹੀ, ਹੋ ਸੇਵਕਾਂ ਦਾ ਜੀ ਸੇਵਕ ਰਹੀ। ਹਾਂ ਸੇਵਕਾਂ ਦਾ ਜੀ ਸੇਵਕ ਰਹੀ। ਸੇਵਕਾਂ ਦਾ ਜੀ ਸੇਵਕ ਰਹੀ।
बन के रही ना मना मेरे आजी सेवका दा सेवक रही साहेब बन के रही ना मना मेरे सेवका दा सेवक रही साहेब बन के रही ना मना मेरे सेवका दा सेवक साहेब बन के रही ना मना मेरे सेवक रही आजी गुरु दी जे लोड़ होवे गुरु भी अजेहा होवे जैसे दशमेश माता गुजरी के लाल जी गुरु दी जे लोड़ होवे गुरु भी अजेहा होवे जैसे दशमेश माता गुजरी के लाल जी वार परिवार तेरे बच्चे समेत सारा बच्चे समेत सारा देश कौम युद्ध कुर्बान वाल वाल जी ਅੰਮ੍ਰਿਤ ਦਾ ਸੋਮਾ ਹੋਵੇ ਤਪ ਦਿਆਲੂ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰ ਆਦੀ ਢਾਲ ਜੀ सारी रात पहरा देवे आप चौकीदार होते आप अग विचों लवे सिख नूं निकाल दी गुरु दी जे लोड़ होवे गुरु भी अजेहा होवे जैसे दशमेश माता गुजरी के लाल जी आओ सतगुरु कलगीधर साहब सच्चे पातशाह जी दे असीं पुੱਤਰ ਧੀਆਂ ਬਣੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਨਾਲ ਆਪਾਂ ਜੁੜੇ ਰਹੀਏ ਮਹਾਪੁਰਸ਼ਾਂ ਦੀ ਸੰਗਤ ਸਦਾ ਕਰਦੇ ਰਹੀਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਬਾਣੇ ਨਾਲ ਅਸੀਂ ਸਾਡਾ ਪਿਆਰ ਪੈ ਜਾਏ ਐਸੀ ਸਤਿਗੁਰੂ ਜੀ ਤੋਂ ਆਪਾਂ ਮੰਗ ਮੰਗੀਏ ਤੋ ਇੱਥੇ ਹੀ ਹੁਣ ਸਮੇਂ ਦੀ ਸਮਾਪਤੀ ਹੈ ਜੀ ਸਭ ਸੰਗਤ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਲਾਉਣ ਦਾ ਸਮਾਂ ਬਖਸ਼ਿਆ ਹੈ ਮੌਕਾ ਬਖਸ਼ਿਆ ਹੈ ਔਰ ਇਹਨਾਂ ਅਸਥਾਨਾਂ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਅਜਮੇਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਬਾਬਾ ਸਰਬਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਵੱਡੇ ਵੀਰ ਨੇ ਜਿਨ੍ਹਾਂ ਨੇ ਆਪ ਸਭ ਸੰਗਤ ਦੇ ਸਾਨੂੰ ਦਰਸ਼ਨ ਕਰਵਾਏ ਨੇ ਔਰ ਬਾਬਾ ਗੁਰਮੀਤ ਸਿੰਘ ਜੀ ਭੂਲੀ ਉਹਨਾਂ ਦਾ ਵੀ ਸਾਡਾ ਬੜਾ ਪਿਆਰ ਹੈ ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਬੜਾ ਸੋਹਣਾ ਤੇ ਬੜੇ ਢੰਗ ਨਾਲ ਇਹ ਸਾਊਂਡ ਸਿਸਟਮ ਚੱਲ ਰਿਹਾ ਹੈ ਕਿਉਂਕਿ ਜਦੋਂ ਲਾਈਵ ਦੇ ਉੱਤੇ ਵੇਖੀਦਾ ਸੀ ਪਹਿਲੇ 2 ਦਿਨ ਦੇ ਸਮਾਗਮ ਅਸੀਂ ਮੋਬਾਈਲ ਤੇ ਨੈਟ ਤੇ ਵੇਖ ਰਹੇ ਸਾਂ ਤੇ ਉਸ ਤੇ ਆਉਂ ਲੱਗਦਾ ਸੀ ਵੀ ਕੋਈ ਸਾਊਂਡ ਦੀ ਚੰਗੀ ਕੁਆਲਿਟੀ ਨਹੀਂ ਸੀ ਪਰ ਮਤਲਬ ਇਸ ਤਰ੍ਹਾਂ ਕੋਈ ਰਿਪੀਟ ਇਕੋ ਨਹੀਂ ਸੀ ਆ ਰਹੀ ਬਾਕੀ ਤੇ ਬੜਾ ਆਨੰਦ ਸੀ ਪਰ ਇੱਥੇ ਆ ਕਰਕੇ ਐਸਾ ਆਨੰਦ ਇਸ ਸਾਊਂਡ ਦੇ ਨਾਲ ਬੁਲਾਰਾ ਹੈ ਨਾ ਜਿਹੜਾ ਜਿਵੇਂ ਕਹਿ ਦਈਏ ਵੀ ਉਹ 70% ਕੌਨਫੀਡੈਂਸ 'ਚ ਆ ਜਾਂਦਾ ਹੈ ਵੀ ਠੀਕ ਲੱਗਾ ਤੇ ਜੇ ਸਾਊਂਡ ਸਹੀ ਨਾ ਹੋਵੇ ਤੇ ਬਹੁਤ ਵਿਦਵਾਨ ਵੀ ਆਪਾਂ ਸਦੀਏ ਤੇ ਉਹ ਵੀ ਆਪਣੀ ਗੱਲ ਕਹਿਣ ਲਈਓ ਜਗ ਜਾਂਦੇ ਨੇ ਤੋ ਇਸ ਕਰਕੇ ਸਾਊਂਡ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਚੰਗੇ ਸਮਾਗਮਾਂ ਦੇ ਵਿੱਚ ਚੰਗੇ ਪ੍ਰਬੰਧਾਂ ਦੇ ਵਿੱਚ ਤੋ ਇਸ ਕਰਕੇ ਸਾਊਂਡ ਸਿਸਟਮ ਦਾ ਜੋ ਵੀ ਪ੍ਰਬੰਧ ਕਰ ਰਹੇ ਨੇ ਗੁਰਮੁਖ ਪਿਆਰੇ
ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬੜਾ ਰਸ ਬਣਿਆ ਹੋਇਆ ਹੈ, ਤਾਂ ਇਸ ਕਰਕੇ ਦਿਲ ਤੇ ਨਹੀਂ ਕਰਦਾ ਵੀ ਸਮਾਪਤੀ ਕਰੀਏ, ਪਰ ਸਮਾਂ ਬੜਾ ਹੋ ਗਿਆ ਹੈ, ਤਾਂ ਇਸ ਕਰਕੇ ਇੱਥੇ ਹੀ ਹੁਣ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਬਖਸ਼ ਲੈਣ, ਅੱਗੇ ਤੋਂ ਸਮਤ ਬਖਸ਼ਣ, ਕਥਾ ਕੀਰਤਨ ਕਰਨ ਦਾ ਅਨੇਕਾਂ ਬਲ ਬਖਸ਼ਣ। ਬੁਲਾਈਏ ਫਤਿਹ, ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।